BTV ब्रॉडकास्टिंग देख रहे ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਕੈਲਗਰੀ ਪੁਲਿਸ ਨੇ ਬੈਂਕ ਫਰਾਡ ਮਾਮਲੇ 'ਚ ਲੋਕਾਂ ਤੋਂ ਮੰਗੀ ਮਦਦ। ਕੈਨੇਡਾ 'ਚ ਇਸ ਸਾਲ ਟਿਮ ਹਾਰਟਨਸ ਤੇ ਖੁੱਲਣਗੇ 80 ਨਵੇਂ ਸਟੋਰ। ਕੈਨੇਡਾ 'ਚ ਗੈਰ ਕਾਨੂੰਨੀ ਸਿਗਰਟਸ ਦਾ ਹੋ ਰਿਹਾ ਸਰਕਾਰ ਨੂੰ ਨੁਕਸਾਨ। ਅਲਬਰਟਾ ਸੈਪਰੇਟਿਜ਼ਮ ਤੇ ਕੀ ਬੋਲੇ PM ਕਾਰਨੀ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਲਬਰਟਾ ਵਿੱਚ ਚੱਲ ਰਹੀ ਵੱਖ ਹੋਣ ਦੀ ਚਰਚਾ ਤੇ ਕਿਹਾ ਹੈ ਕਿ ਦੇਸ਼ ਨੂੰ ਇਕੱਠੇ ਮਿਲ ਕੇ ਅੱਗੇ ਵਧਾਉਣ ਦੀ ਲੋੜ ਹੈ। ਸ਼ੁੱਕਰਵਾਰ ਨੂੰ ਪਾਰਲੀਮੈਂਟ ਦੀ ਮੁਰੰਮਤ ਵਾਲੀ ਜਗ੍ਹਾ ਦੇ ਦੌਰੇ ਦੌਰਾਨ ਕਾਰਨੀ ਨੇ ਕਿਹਾ ਕਿ ਜਿਵੇਂ ਪਾਰਲੀਮੈਂਟ ਦੀ ਇਮਾਰਤ ਨਵੀਂ ਬਣ ਰਹੀ ਹੈ, ਉਸੇ ਤਰ੍ਹਾਂ ਕੈਨੇਡਾ ਨੂੰ ਵੀ ਮਿਲ ਕੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਕੰਮ ਵਿੱਚ ਅਲਬਰਟਾ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਕਾਰਨੀ ਨੇ ਦੱਸਿਆ ਕਿ ਉਹਨਾਂ ਨੇ ਡੇਨੀਅਲ ਸਮਿਥ ਨਾਲ ਪਾਈਪਲਾਈਨ ਅਤੇ ਕਾਰਬਨ ਕੈਪਚਰ ਵਰਗੇ એનર્ਜੀ ਪ੍ਰੋਜੈਕਟਾਂ ਲਈ ਸਮਝੌਤਾ ਕੀਤਾ ਹੈ। ਉਹਨਾਂ ਕਿਹਾ ਕਿ ਫੈਡਰਲ ਅਤੇ ਪ੍ਰੋਵਿੰਸ਼ਨਲ ਸਰਕਾਰਾਂ ਮਿਲ ਕੇ ਦੇਸ਼ ਲਈ ਵੱਡੇ ਪ੍ਰੋਜੈਕਟਾਂ ਤੇ ਕੰਮ ਕਰ ਰਹੀਆਂ ਹਨ। ਮਾਰਕ ਕਾਰਨੀ ਦੇ ਇਸ ਬਿਆਨ ਤੋਂ ਇੱਕ ਦਿਨ ਪਹਿਲਾਂ ਸਮਿਥ ਨੇ ਐਲਾਨ ਕੀਤਾ ਸੀ ਕਿ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਵਿੱਚ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਨਾਲ ਜੁੜਿਆ ਸਵਾਲ ਵੀ ਪੁੱਛਿਆ ਜਾਵੇਗਾ। ਰੈਫਰੈਂਡਮ ਦਾ ਸਵਾਲ ਇਹ ਹੋਵੇਗਾ ਕਿ ਕੀ ਅਲਬਰਟਾ ਕੈਨੇਡਾ ਦਾ ਸੂਬਾ ਬਣਿਆ ਰਹੇ ਜਾਂ ਸਰਕਾਰ ਕੈਨੇਡਾ ਦੇ ਸੰਵਿਧਾਨ ਅਨੁਸਾਰ ਵੱਖ ਹੋਣ ਲਈ ਬਾਈਂਡਿੰਗ ਰੈਫਰੈਂਡਮ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰੇ। ਸਮਿਥ ਨੇ ਕਿਹਾ ਕਿ ਇਹ ਕਦਮ ਉਹਨਾਂ ਲੋਕਾਂ ਦੀ ਆਵਾਜ਼ ਸੁਣਨ ਲਈ ਹੈ ਜੋ ਫੈਡਰਲ ਸਰਕਾਰ ਨਾਲ ਨਾਰਾਜ਼ ਹਨ। ਹਾਲਾਂਕਿ ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਉਹ ਖੁਦ ਚਾਹੁੰਦੀ ਹਨ ਕਿ ਅਲਬਰਟਾ ਕੈਨੇਡਾ ਦਾ ਹਿੱਸਾ ਬਣਿਆ ਰਹੇ, ਪਰ ਅਲਬਰਟਾ ਦੇ ਕੁਝ ਵੱਖਵਾਦੀ ਆਗੂ ਇਸ ਸਵਾਲ ਨਾਲ ਖੁਸ਼ ਨਹੀਂ ਹਨ। ਕੈਨੇਡਾ ਦੀ 에ਅਰਲਾਈਨ 에ਅਰ ਟ੍ਰਾਂਜ਼ਿਟ ਦੇ ਕੈਬਿਨ ਕਰੂ ਨੂੰ ਹੁਣ ਕੰਮ ਤੇ ਜਾਂ ਕੰਮ ਤੋਂ ਬਾਅਦ ਵੀ ਕੈਨੇਬਿਸ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਫੈਸਲਾ ਇੱਕ ਨਵੇਂ ਲੇਬਰ ਰੂਲਿੰਗ ਵਿੱਚ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਨਿਯਮ ਸੁਰੱਖਿਆ ਕਾਰਨਾਂ ਕਰਕੇ ਬਹੁਤ ਜ਼ਰੂਰੀ ਹਨ। ਆਰਬਿਟਰੇਟਰ ਨੇਥੀਅਲ ਮੈਸੀਕੋਟ ਨੇ ਕਿਹਾ ਹੈ ਕਿ ਪਾਇਲਟ ਅਤੇ ਫਲਾਈਟ ਅਟੈਂਡੈਂਟਸ ਵਰਗੀਆਂ ਉੱਚ ਖਤਰੇ ਵਾਲੀਆਂ ਨੌਕਰੀਆਂ ਵਿੱਚ ਸੁਰੱਖਿਆ ਸਭ ਤੋਂ ਜ਼ਰੂਰੀ ਹੈ, ਇਸ ਲਈ ਕੈਨੇਬਿਸ ਵਰਤੋਂ ਤੇ ਪਾਬੰਦੀ ਠੀਕ ਹੈ। 에ਅਰਲਾਈਨ ਨੇ ਇਹ ਨੀਤੀ 2018 ਵਿੱਚ ਕੈਨੇਡਾ ਵਿੱਚ ਕੈਨੇਬਿਸ ਕਾਨੂੰਨੀ ਹੋਣ ਤੋਂ ਬਾਅਦ ਲਾਗੂ ਕੀਤੀ ਸੀ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਕਰਮਚਾਰੀਆਂ ਦੀ ਪ੍ਰਾਈਵੇਸੀ ਦੀ ਉਲੰਘਣਾ ਹੈ, ਪਰ ਅਦਾਲਤੀ ਫੈਸਲੇ ਵਿੱਚ ਕਿਹਾ ਗਿਆ ਕਿ ਯਾਤਰੀਆਂ ਦੀ ਸੁਰੱਖਿਆ ਪਹਿਲਾਂ ਆਉਂਦੀ ਹੈ ਅਤੇ 에ਅਰਲਾਈਨ ਦੀ ਨੀਤੀ ਜਾਇਜ਼ ਹੈ। ਫੈਸਲੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕੈਨੇਬਿਸ ਦੇ ਅਸਰ ਕਿੰਨੀ ਦੇਰ ਰਹਿੰਦੇ ਹਨ, ਇਸ ਬਾਰੇ ਪੂਰੀ ਸਾਇੰਸ ਹਾਲੇ ਸਪਸ਼ਟ ਨਹੀਂ ਹੈ, ਇਸ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਸ਼ਰਾਬ ਲਈ ਨਿਯਮ ਵੱਖਰਾ ਹੈ। ਡਿਊਟੀ ਤੋਂ 12 ਘੰਟੇ ਪਹਿਲਾਂ ਸ਼ਰਾਬ ਪੀਣ ਤੇ ਰੋਕ ਹੈ, ਪਰ ਕੈਨੇਬਿਸ ਲਈ ਇਸ ਤੋਂ ਸਖਤ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ਦੇ ਅਸਰ ਲੰਬੇ ਸਮੇਂ ਤੱਕ ਰਹਿ ਸਕਦੇ ਹਨ। ਇੱਕ ਓਨਟਾਰੀਓ ਜੱਜ ਨੇ ਟੋਰਾਂਟੋ ਦੇ ਡਰਾਈਵਰ ਨੇਵਿਲ ਗ੍ਰੀਨ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ, ਜਿਸ ਨੂੰ ਲਗਭਗ 18 ਸਾਲ ਪਹਿਲਾਂ ਰੈੱਡ ਲਾਈਟ ਕ੍ਰਾਸ ਕਰਨ ਦੇ ਵਿੱਚ ਟਿਕਟ ਮਿਲੀ ਸੀ। ਜੱਜ ਨੇ ਕਿਹਾ ਕਿ ਉਸ ਸਮੇਂ ਹੋਇਆ ਟ੍ਰਾਇਲ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ ਸੀ ਅਤੇ ਪਿਛਲੇ ਜੱਜ ਦੀਆਂ ਕੁਝ ਟਿੱਪਣੀਆਂ ਠੀਕ ਨਹੀਂ ਸਨ। ਇਹ ਮਾਮਲਾ 2007 ਦਾ ਹੈ, ਜਦੋਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਨੇਵਿਲ ਨੇ ਜੀਨ ਸਟਰੀਟ ਅਤੇ ਸ਼ੈਪਰਡ ਐਵਨਿਊ ਵੈਸਟ ਦੇ ਚੌਰਾਹੇ ਤੇ ਲਾਲ ਬੱਤੀ ਕ੍ਰਾਸ ਕੀਤੀ ਸੀ, ਪਰ ਨੇਵਿਲ ਨੇ ਕਿਹਾ ਸੀ ਕਿ ਉਸ ਸਮੇਂ ਸੜਕ ਤੇ ਕੰਮ ਚੱਲ ਰਿਹਾ ਸੀ, ਜਿਸ ਕਾਰਨ ਟ੍ਰੈਫਿਕ ਪ੍ਰਭਾਵਿਤ ਹੋ ਸਕਦੀ ਸੀ ਅਤੇ ਉਸਨੇ ਗਲਤੀ ਨਹੀਂ ਕੀਤੀ। 2008 ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਪਰ ਉਸਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ। ਹੁਣ ਨਵੇਂ ਜੱਜ ਨੇ ਕਿਹਾ ਕਿ ਪੁਰਾਣੇ ਫੈਸਲੇ ਵਿੱਚ ਇਹ ਨਹੀਂ ਸਮਝਾਇਆ ਗਿਆ ਕਿ ਦੋਸ਼ ਕਿਵੇਂ ਸਾਬਤ ਹੋਇਆ ਅਤੇ ਨੇਵਿਲ ਦੀ ਗਵਾਹੀ ਨੂੰ ਠੀਕ ਤਰੀਕੇ ਨਾਲ ਨਹੀਂ ਦੇਖਿਆ ਗਿਆ। ਜੱਜ ਨੇ ਇਹ ਵੀ ਕਿਹਾ ਕਿ ਟ੍ਰਾਇਲ ਵਿੱਚ ਨੇਵਿਲ ਨੇ ਖੁਦ ਆਪਣਾ ਕੇਸ ਲੜਿਆ ਸੀ, ਇਸ ਲਈ ਅਦਾਲਤ ਦੀ ਜ਼ਿੰਮੇਵਾਰੀ ਸੀ ਕਿ ਉਸ ਨੂੰ ਨਿਆਂ ਮਿਲੇ। ਉਹਨਾਂ ਨੇ ਪੁਰਾਣੇ ਜੱਜ ਦੀ ਇੱਕ ਟਿੱਪਣੀ ਦਿਸ ਇਜ਼ਨਟ ਲਾਅ ਐਂਡ ਆਰਡਰ ਨੂੰ ਵੀ ਗਲਤ ਦੱਸਿਆ ਅਤੇ ਕਿਹਾ ਕਿ ਅਦਾਲਤ ਵਿੱਚ ਐਸੀ ਗੱਲ ਠੀਕ ਨਹੀਂ ਹੁੰਦੀਆਂ। ਅੰਤ ਵਿੱਚ ਅਪੀਲ ਮਨਜ਼ੂਰ ਕਰ ਲਈ ਗਈ ਤੇ ਨੇਵਿਲ ਦੀ ਪੁਰਾਣੀ ਸਜ਼ਾ ਰੱਦ ਕਰ ਦਿੱਤੀ ਗਈ ਹੈ। ਕੈਲਗਰੀ ਪੁਲਿਸ ਨੇ ਇੱਕ ਬੈਂਕ ਫਰਾਡ ਦੇ ਮਾਮਲੇ ਵਿੱਚ ਲੋਕਾਂ ਤੋਂ ਮਦਦ ਮੰਗੀ ਹੈ ਤਾਂ ਜੋ ਇੱਕ ਸ਼ੱਕੀ ਵਿਅਕਤੀ ਦੀ ਪਹਿਚਾਣ ਹੋ ਸਕੇ। ਪੁਲਿਸ ਮੁਤਾਬਿਕ ਇਹ ਧੋਖਾਧੜੀ ਬੁੱਧਵਾਰ ਸ਼ਾਮ ਲਗਭਗ 5:30 ਵਜੇ ਸ਼ੁਰੂ ਹੋਈ, ਜਦੋਂ ਇੱਕ ਔਰਤ ਨੂੰ ਫੋਨ ਆਉਂਦਾ ਹੈ ਜੋ ਕਾਲਰ ਆਈਡੀ ਤੇ ਬੈਂਕ ਆਫ ਮੌਂਟਰੀਅਲ ਵਾਂਗ ਦਿਖਾਈ ਦੇ ਰਿਹਾ ਸੀ। ਫੋਨ ਕਰਨ ਵਾਲੇ ਨੇ ਔਰਤ ਨੂੰ ਕਿਹਾ ਕਿ ਉਹ BMO ਦੇ ਫਰਾਡ ਡਿਪਾਰਟਮੈਂਟ ਤੋਂ ਹੈ ਅਤੇ ਉਸਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਖਤਰੇ ਵਿੱਚ ਹਨ। ਠੱਗ ਨੇ ਔਰਤ ਨੂੰ ਉਸਦੀ ਨਿੱਜੀ ਜਾਣਕਾਰੀ ਵੀ ਦੱਸੀ, ਜਿਸ ਵਿੱਚ ਨਾਮ, ਪਤਾ ਤੇ ਬਰਥ ਡੇਟ ਸ਼ਾਮਲ ਸਨ, ਜਿਸ ਕਾਰਨ ਉਹ ਉਸ ਤੇ ਭਰੋਸਾ ਕਰ ਗਈ। ਕਾਲ ਕਰਨ ਵਾਲੇ ਵਿਅਕਤੀ ਨੇ ਔਰਤ ਤੋਂ ਉਸਦਾ ਬੈਂਕ ਪਿੰਨ ਪੁੱਛਿਆ ਅਤੇ ਕਿਹਾ ਕਿ ਉਹ ਆਪਣੇ ਕਾਰਡ ਤਿਆਰ ਰੱਖੇ ਅਤੇ ਇੱਕ ਕਾਰ ਆਵੇਗੀ ਉਸ ਨੂੰ ਦੇ ਦਿੱਤੇ ਜਾਣ। ਲਗਭਗ 6 ਵਜੇ ਇੱਕ SUV ਉਸਦੇ ਘਰ ਆਈ ਅਤੇ ਔਰਤ ਕੋਲੋਂ ਸਾਰੇ ਕਾਰਡ ਲੈ ਗਈ। ਬਾਅਦ ਵਿੱਚ ਸ਼ਾਮ 8:15 ਵਜੇ ਔਰਤ ਨੂੰ ਇੱਕ ਬੈਂਕ ਵੱਲੋਂ ਅਸਲੀ ਅਲਰਟ ਮਿਲਿਆ ਕਿ ਉਸਦੇ ਖਾਤੇ ਤੋਂ $12,500 ਦੀ ਟ੍ਰਾਂਜੈਕਸ਼ਨ ਹੋਈ ਹੈ ਅਤੇ ਫਿਰ ਜਦੋਂ ਔਰਤ ਨੂੰ ਸਮਝ ਆਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਈ ਹੈ, ਉਸਨੇ ਤੁਰੰਤ ਬੈਂਕ ਨਾਲ ਸੰਪਰਕ ਕਰਕੇ ਕਾਰਡ ਬੰਦ ਕਰਵਾ ਦਿੱਤੇ। ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੁਲਿਸ ਨੇ
ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਵਿਅਕਤੀ ਬਾਰੇ ਜਾਣਕਾਰੀ ਰੱਖਦਾ ਹੈ ਉਹ ਕੈਲਗਰੀ ਪੁਲਿਸ ਨੂੰ 403 266 1234 ਤੇ ਸੰਪਰਕ ਕਰਨ ਜਾਂ ਫਿਰ ਕ੍ਰਾਈਮ ਸਟਾਪਰਸ ਨੂੰ ਗੁਪਤ ਤਰੀਕੇ ਨਾਲ ਜਾਣਕਾਰੀ ਦੇ ਸਕਦੇ ਹਨ। ਕੈਲਗਰੀ ਦੇ ਡਾਊਨਟਾਊਨ ਵਿੱਚ ਵੀਰਵਾਰ ਸ਼ਾਮ ਇੱਕ ਗੰਭੀਰ ਹਾਦਸਾ ਵਾਪਰਿਆ ਜਿੱਥੇ ਇੱਕ 60 ਸਾਲਾ ਆਦਮੀ ਸੀ ਟ੍ਰੇਨ ਹੇਠਾਂ ਆ ਕੇ ਫਸ ਗਿਆ ਅਤੇ ਉਸ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਿਕ ਇਹ ਘਟਨਾ 7 ਐਵਨਿਊ ਅਤੇ ਸੈਂਟਰ ਸਟਰੀਟ ਕੋਲ ਲਗਭਗ 5:30 ਵਜੇ ਵਾਪਰੀ। ਆਦਮੀ ਸੜਕ ਪਾਰ ਕਰ ਰਿਹਾ ਸੀ ਅਤੇ ਅਚਾਨਕ ਆ ਰਹੀ ਟ੍ਰੇਨ ਦੇ ਸਾਹਮਣੇ ਆ ਗਿਆ। ਉਸ ਸਮੇਂ ਟ੍ਰੇਨ ਗ੍ਰੀਨ ਸਿਗਨਲ ਤੇ ਚੱਲ ਰਹੀ ਸੀ। ਟ੍ਰੇਨ ਨੇ ਉਸ ਨੂੰ ਟੱਕਰ ਮਾਰੀ ਅਤੇ ਉਹ ਹੇਠਾਂ ਫਸ ਗਿਆ। ਫਾਇਰ ਅਤੇ ਐਮਰਜੈਂਸੀ ਟੀਮਾਂ ਨੇ ਉਸ ਨੂੰ ਕੱਢ ਕੇ ਹਸਪਤਾਲ ਭੇਜਿਆ। ਡਾਕਟਰਾਂ ਮੁਤਾਬਿਕ ਉਸ ਦੀ ਹਾਲਤ ਬਹੁਤ ਗੰਭੀਰ ਹੈ। ਪੁਲਿਸ ਨੇ ਕਿਹਾ ਕਿ ਆਦਮੀ ਨੇ ਨਸ਼ਾ ਕੀਤਾ ਹੋ ਸਕਦਾ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ, ਪਰ ਅਸਲੀ ਕਾਰਨ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਹਾਦਸੇ ਕਾਰਨ ਸੀ ਟ੍ਰੇਨ ਦੀ ਸਰਵਿਸ ਕੁਝ ਘੰਟਿਆਂ ਲਈ ਰੋਕੀ ਗਈ ਸੀ, ਪਰ ਬਾਅਦ ਵਿੱਚ ਰਾਤ 8:30 ਵਜੇ ਮੁੜ ਸ਼ੁਰੂ ਕਰ ਦਿੱਤੀ ਗਈ। ontario ਦੇ ਜਾਰਕ ਰੀਜਨ ਵਿੱਚ ਮਿਸਲਸ ਦੇ ਸੰਭਾਵਿਤ ਖਤਰੇ ਕਾਰਨ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ। ਜਾਰਕ ਰੀਜਨ ਪਬਲਿਕ ਹੈਲਥ ਮੁਤਾਬਿਕ ਜੋ ਵੀ ਵਿਅਕਤੀ ਮੰਗਲਵਾਰ 19 ਮਈ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 2:15 ਵਜੇ ਤੱਕ ਮੈਕੈਂਜੀ ਹੈਲਥ ਹਸਪੀਟਲ ਦੇ ਐਮਰਜੈਂਸੀ ਰੂਮ ਵਿੱਚ ਗਿਆ ਸੀ ਉਹ ਮਿਸਲਸ ਦੇ ਇੱਕ ਪੁਸ਼ਟੀਸ਼ੁਦਾ ਮਾਮਲੇ ਦੇ ਸੰਪਰਕ ਵਿੱਚ ਆ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸੰਭਾਵਿਤ ਤੌਰ ਤੇ ਪ੍ਰਭਾਵਿਤ ਲੋਕ ਤੁਰੰਤ ਹੀ ਯਕੀਨੀ ਬਣਾਉਣ ਕਿ ਉਹਨਾਂ ਨੂੰ ਮਿਸਲਸ ਦੇ 2 ਟੀਕੇ ਲੱਗੇ ਹੋਏ ਹਨ। ਨਾਲ ਹੀ 9 ਜੂਨ ਤੱਕ ਆਪਣੀ ਸਿਹਤ ਲੱਛਣਾਂ ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਮੀਸਲਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਖੰਘ, ਨੱਕ ਵਗਣਾ, ਅੱਖਾਂ ਦਾ ਲਾਲ ਹੋਣਾ ਅਤੇ ਚਿਹਰੇ ਤੋਂ ਸ਼ੁਰੂ ਹੋ ਕੇ ਸਰੀਰ ਦੇ ਹੋਰ ਹਿੱਸਿਆਂ ਤੱਕ ਫੈਲਣ ਵਾਲਾ ਦਾਣਿਆਂ ਵਾਲਾ ਰੈਸ਼ ਸ਼ਾਮਲ ਹੁੰਦਾ ਹੈ। ਮੀਸਲਸ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ ਜੋ ਹਵਾ ਰਾਹੀਂ ਵੀ ਫੈਲ ਸਕਦੀ ਹੈ ਅਤੇ ਹਵਾ ਵਿੱਚ 2 ਘੰਟੇ ਤੱਕ ਜੀਵਿਤ ਰਹਿ ਸਕਦੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਛੋਟੇ ਬੱਚਿਆਂ, ਪ੍ਰੈਗਨੈਂਟ ਔਰਤਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਲਈ ਇਹ ਬਿਮਾਰੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਕੈਨੇਡਾ ਵਿੱਚ 에ਅਰਪੋਰਟਸ ਅਤੇ ਵੱਡੇ ਬਾਰਡਰ ਪੁਆਇੰਟਸ ਤੇ ਹੁਣ ਐਬੋਲਾ ਨੂੰ ਲੈ ਕੇ ਯਾਤਰੀਆਂ ਦੀ ਜਾਂਚ ਹੋਰ ਸਖਤ ਕਰ ਦਿੱਤੀ ਗਈ ਹੈ। ਹੁਣ ਕੈਨੇਡਾ ਆਉਣ ਵਾਲੇ ਲੋਕਾਂ ਤੋਂ ਉਹਨਾਂ ਦੀ ਟਰੈਵਲ ਹਿਸਟਰੀ ਅਤੇ ਐਬੋਲਾ ਨਾਲ ਜੁੜੇ ਲੱਛਣਾਂ ਬਾਰੇ ਸਵਾਲ ਪੁੱਛੇ ਜਾਣਗੇ। ਮੁੱਖ ਸਿਹਤ ਅਧਿਕਾਰੀ ਡਾਕਟਰ ਜੋਸ ਰੀਮਰ ਨੇ ਕਿਹਾ ਹੈ ਕਿ ਐਬੋਲਾ ਦੀ ਸਥਿਤੀ ਗੰਭੀਰ ਹੈ, ਪਰ ਕੈਨੇਡਾ ਲਈ ਖਤਰਾ ਹਾਲੇ ਵੀ ਘੱਟ ਹੈ। ਉਹਨਾਂ ਨੇ ਦੱਸਿਆ ਕਿ ਜੋ ਲੋਕ ਪ੍ਰਭਾਵਿਤ ਦੇਸ਼ਾਂ ਤੋਂ ਆ ਰਹੇ ਹਨ ਉਹਨਾਂ ਨੂੰ 21 ਦਿਨ ਤੱਕ ਆਪਣੀ ਸਿਹਤ ਤੇ ਨਜ਼ਰ ਰੱਖਣ ਲਈ ਕਿਹਾ ਜਾ ਰਿਹਾ ਹੈ। ਜੇ ਕਿਸੇ ਵਿੱਚ ਲੱਛਣ ਹੋਣ ਤਾਂ ਉਸ ਦਾ ਟੈਸਟ ਕੀਤਾ ਜਾਵੇਗਾ। ਹਾਲ ਹੀ ਵਿੱਚ ontario ਵਿੱਚ ਇੱਕ ਸ਼ੱਕੀ ਕੇਸ ਦੀ ਜਾਂਚ ਕੀਤੀ ਗਈ ਸੀ, ਪਰ ਉਸ ਦਾ ਟੈਸਟ ਨੈਗੇਟਿਵ ਆਇਆ ਹੈ। ਡਾਕਟਰ ਰੀਮਰ ਨੇ ਕਿਹਾ ਹੈ ਕਿ ਐਬੋਲਾ ਬਹੁਤ ਨੇੜਲੇ ਸੰਪਰਕ ਨਾਲ ਫੈਲਦਾ ਹੈ, ਇਸ ਲਈ ਇਹ ਕੋਵਿਡ ਜਾਂ ਮੀਸਲਸ ਵਾਂਗ ਹਵਾ ਰਾਹੀਂ ਨਹੀਂ ਫੈਲਦਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਅਫਰੀਕਾ ਵਿੱਚ ਐਬੋਲਾ ਦਾ ਖਤਰਾ ਵੱਧ ਰਿਹਾ ਹੈ, ਪਰ ਦੁਨੀਆ ਦੇ ਹੋਰ ਹਿੱਸਿਆਂ ਲਈ ਖਤਰਾ ਘੱਟ ਹੈ। ਕੁਝ ਦੇਸ਼ਾਂ ਨੇ ਟਰੈਵਲ ਐਡਵਾਈਜ਼ਰੀ ਵੀ ਐਲਾਨ ਕੀਤੀ ਹੋਈ ਹੈ, ਪਰ ਕੈਨੇਡਾ ਹਾਲੇ ਸਿਰਫ ਸਕਰੀਨਿੰਗ ਅਤੇ ਨਿਗਰਾਨੀ ਤੇ ਧਿਆਨ ਦੇ ਰਿਹਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਸ ਦੇ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਫਿਰ ਵੀ ਲੱਛਣਾਂ ਤੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਵਾਟਰਲੂ ਰੀਜਨ ਵਿੱਚ ਬੇਘਰ ਲੋਕਾਂ ਦੇ ਇੱਕ ਕੈਂਪ ਨੂੰ ਹਟਾਉਣ ਦੀ ਕੋਸ਼ਿਸ਼ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਫੈਸਲਾ ontario ਦੀ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਦਿੱਤਾ ਹੈ। ਇਹ ਮਾਮਲਾ ਵਿਕਟੋਰੀਆ ਸਟਰੀਟ ਨਾਰਥ ਵਾਲੇ ਕੈਂਪ ਨਾਲ ਜੁੜਿਆ ਹੋਇਆ ਹੈ, ਜਿੱਥੇ ਲਗਭਗ 40 ਬੇਘਰ ਲੋਕ ਰਹਿ ਰਹੇ ਸਨ। ਰੀਜਨਲ ਕੌਂਸਲ ਨੇ 2025 ਵਿੱਚ ਇੱਕ ਬਾਇਲਾਅ ਪਾਸ ਕੀਤਾ ਸੀ, ਜਿਸ ਦਾ ਮਕਸਦ ਇਸ ਜਗ੍ਹਾ ਨੂੰ ਖਾਲੀ ਕਰਵਾਉਣਾ ਸੀ ਤਾਂ ਜੋ ਇੱਥੇ ਟ੍ਰਾਂਜ਼ਿਟ ਹੱਬ ਦਾ ਕੰਮ ਸ਼ੁਰੂ ਕੀਤਾ ਜਾ ਸਕੇ ਤੇ ਬਾਅਦ ਵਿੱਚ ਮੁਰੰਮਤ ਅਤੇ ਹੋਰ ਪ੍ਰੋਜੈਕਟ ਕੀਤੇ ਜਾ ਸਕਣ। ਪਰ ਬੇਘਰ ਲੋਕਾਂ ਦੀ ਮਦਦ ਕਰਨ ਵਾਲੇ ਕਾਨੂੰਨੀ ਗਰੁੱਪ ਵਾਟਰਲੂ ਰੀਜਨ ਕਮਿਊਨਿਟੀ ਲੀਗਲ ਸਰਵਿਸਿਜ਼ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਇਹ ਬਾਇਲਾਅ ਬੇਘਰ ਲੋਕਾਂ ਦੇ ਸੰਵਿਧਾਨਿਕ ਹੱਕਾਂ ਦੀ ਉਲੰਘਣਾ ਕਰਦਾ ਹੈ ਅਤੇ ਹਕੀਕਤ ਵਿੱਚ ਉਹਨਾਂ ਕੋਲ ਰਹਿਣ ਲਈ ਹੋਰ ਕੋਈ ਸੁਰੱਖਿਅਤ ਥਾਂ ਨਹੀਂ ਹੈ। ਅਦਾਲਤ ਵਿੱਚ ਇਹ ਦਲੀਲਾਂ ਕਈ ਦਿਨ ਤੱਕ ਸੁਣੀਆਂ ਗਈਆਂ ਅਤੇ 21 ਮਈ 2026 ਨੂੰ ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਬਾਇਲਾਅ ਗੈਰ ਸੰਵਿਧਾਨਿਕ ਹੈ ਅਤੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਸ ਵੇਲੇ ਇਹ ਕੈਂਪ ਉਹ ਇਕੱਲੀ ਜਗ੍ਹਾ ਹੈ ਜਿੱਥੇ ਬੇਘਰ ਲੋਕ ਕਾਨੂੰਨੀ ਤੌਰ ਤੇ ਰਹਿ ਸਕਦੇ ਹਨ। ਫੈਸਲੇ ਤੋਂ ਬਾਅਦ ਕਿਚਨਰ ਦੇ ਮੇਅਰ ਨੂੰ ਨਿਰਾਸ਼ਾ ਜਤਾਈ ਅਤੇ ਕਿਹਾ ਕਿ ਸਰਕਾਰ ਨੇ ਪਿਛਲੇ ਕਈ ਸਾਲਾਂ ਵਿੱਚ ਬੇਘਰ ਲੋਕਾਂ ਲਈ ਵੱਡੇ ਪੱਧਰ ਤੇ ਕੰਮ ਕੀਤਾ ਹੈ, ਪਰ ਅਦਾਲਤ ਨੇ ਉਹ ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਨਹੀਂ ਦੇਖਿਆ। ਉੱਥੇ ਹੀ ontario ਦੇ ਪ੍ਰੀਮੀਅਰ ਡਗ ਫੋਰਡ ਨੇ ਇਸ ਫੈਸਲੇ ਨੂੰ ਬਹੁਤ ਹੀ ਗਲਤ ਕਿਹਾ ਅਤੇ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਕਾਰਨ ਵੱਡੇ ਪ੍ਰੋਜੈਕਟ ਅਤੇ ਜਨਤਕ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਟਿਮ ਹਾਰਟਨਸ ਨੇ ਇਸ ਸਾਲ ਕੈਨੇਡਾ ਵਿੱਚ 80 ਨਵੇਂ ਰੈਸਟੋਰੈਂਟ ਖੋਲ੍ਹਣ ਅਤੇ 400 ਰੈਸਟੋਰੈਂਟਾਂ ਦੀ ਮੁਰੰਮਤ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਕੈਫੇ ਚੇਨ ਡੰਕਿਨ ਵੀ ਮੁੜ ਕੈਨੇਡਾ ਵਿੱਚ ਵਾਪਸੀ ਦੀ ਤਿਆਰੀ ਕਰ ਰਹੀ ਹੈ। ਟਿਮ ਹਾਰਟਨਸ ਨੇ ਕਿਹਾ ਹੈ ਕਿ ਕੈਨੇਡਾ ਵਿੱਚ 340 ਰੈਸਟੋਰੈਂਟ ਓਨਰ ਲਗਭਗ $270 ਮਿਲੀਅਨ ਨਿਵੇਸ਼ ਕਰ ਰਹੇ ਹਨ, ਜਦਕਿ ਕੰਪਨੀ ਖੁਦ $130 ਮਿਲੀਅਨ ਹੋਰ ਪਾ ਰਹੀ ਹੈ। ਫਿਲਹਾਲ ਕੈਨੇਡਾ ਵਿੱਚ ਕਰੀਬ 1500 ਫਰੈਂਚਾਈਜ਼ ਓਨਰ ਮਿਲ ਕੇ ਲਗਭਗ 4000 ਟਿਮ ਹਾਰਟਨਸ ਰੈਸਟੋਰੈਂਟ ਚਲਾ ਰਹੇ ਹਨ। ਕੰਪਨੀ ਦੇ
ਪ੍ਰਧਾਨ ਐਕਸਲ ਸ਼ਵਾਲ ਨੇ ਕਿਹਾ ਹੈ ਕਿ ਇਹ ਨਿਵੇਸ਼ ਕੈਨੇਡੀਅਨ ਪਰਿਵਾਰਾਂ ਵੱਲੋਂ ਆਪਣੀਆਂ ਹੀ ਕਮਿਊਨਿਟੀਜ਼ ਲਈ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਤੇ ਮਾਣ ਕਰਦੇ ਹਨ। ਨਵੇਂ ਅਤੇ ਰੈਨੋਵੇਟ ਕੀਤੇ ਰੈਸਟੋਰੈਂਟਾਂ ਵਿੱਚ ਬਿਹਤਰ ਲਾਈਟਿੰਗ, ਨਵਾਂ ਡਿਜ਼ਾਈਨ ਅਤੇ ਸੁਧਰੇ ਹੋਏ ਲੇਆਊਟ ਹੋਣਗੇ ਤਾਂ ਜੋ ਗਾਹਕਾਂ ਨੂੰ ਤੇਜ਼ ਅਤੇ ਆਸਾਨ ਸਰਵਿਸ ਮਿਲ ਸਕੇ। ਕਿਚਨ ਅਤੇ ਡਿਜੀਟਲ ਆਰਡਰ ਸਿਸਟਮ ਵੀ ਅਪਗ੍ਰੇਡ ਕੀਤੇ ਜਾਣਗੇ ਤਾਂ ਜੋ ਮੋਬਾਈਲ ਆਰਡਰ ਲੈਣਾ ਹੋਰ ਸੁਵਿਧਾਜਨਕ ਹੋ ਜਾਵੇ। ਜ਼ਿਆਦਾਤਰ ਨਵੇਂ ਸਟੋਰ ਅਤੇ ਮੁਰੰਮਤ ਓਨਟਾਰੀਓ ਵਿੱਚ ਕੀਤੀਆਂ ਜਾਣਗੀਆਂ, ਜਿੱਥੇ 26 ਨਵੇਂ ਸਟੋਰ ਖੁੱਲਣਗੇ ਤੇ 188 ਰੈਨੋਵੇਟ ਕੀਤੇ ਜਾਣਗੇ। ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਬਾਰੇ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੇ ਤਸਵੀਰ ਸਮੇਤ ਜਾਣਕਾਰੀ ਸਾਂਝੀ ਕਰਕੇ ਖੁਲਾਸਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਉਹਨਾਂ ਨੂੰ WhatsApp ਰਾਹੀਂ ਭੇਜੀ ਗਈ ਸੀ, ਜਿਸ ਦੇ ਸਕਰੀਨਸ਼ਾਟ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੇ ਹਨ। ਇਸ ਤਾਜ਼ਾ ਘਟਨਾਕ੍ਰਮ ਨੇ ਅਭਿਜੀਤ ਦੇ ਮਾਤਾ-ਪਿਤਾ ਦੀ ਚਿੰਤਾ ਵੀ ਹੋਰ ਵਧਾ ਦਿੱਤੀ ਹੈ। ਉਹਨਾਂ ਦੇ ਮਾਤਾ-ਪਿਤਾ ਨੇ ਚਿੰਤਾ ਜਤਾਈ ਸੀ ਕਿ ਉਹਨਾਂ ਦਾ ਪੁੱਤਰ ਕਿਸੇ ਵੱਡੀ ਮੁਸੀਬਤ ਵਿੱਚ ਫਸ ਸਕਦਾ ਹੈ ਜਾਂ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਖੁਦ ਅਭਿਜੀਤ ਨੇ ਵੀ ਆਪਣੇ ਇੱਕ ਇੰਟਰਵਿਊ ਵਿੱਚ ਭਾਰਤ ਪਰਤਣ ਤੇ ਗ੍ਰਿਫਤਾਰ ਹੋਣ ਦਾ ਡਰ ਪ੍ਰਗਟਾਇਆ ਸੀ ਅਤੇ ਹੁਣ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਇਹ ਮਾਮਲਾ ਬੇहद ਗੰਭੀਰ ਰੂਪ ਧਾਰਨ ਕਰ ਲਿਆ ਗਿਆ ਹੈ। ਕੈਨੇਡਾ ਵਿੱਚ ਨਕਲੀ ਅਤੇ ਗੈਰ ਕਾਨੂੰਨੀ ਸਿਗਰਟਸ ਦੀ ਵਿਕਰੀ ਵਧ ਰਹੀ ਹੈ। ਇਸ ਕਾਰਨ ਮਾਹਿਰਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਇਸ ਸਮੱਸਿਆ ਨੂੰ ਰੋਕਣ ਲਈ ਨਵੇਂ ਕਾਨੂੰਨ ਅਤੇ ਸਖਤ ਕਾਰਵਾਈ ਦੀ ਲੋੜ ਹੈ। ਮੈਨੀਟੋਬਾ ਵਿੱਚ ਬੁੱਧਵਾਰ ਨੂੰ ਇੱਕ ਵੱਡੀ ਪੁਲਿਸ ਕਾਰਵਾਈ ਕੀਤੀ ਗਈ, ਜਿਸ ਨੂੰ ਸੂਬੇ ਦੀ ਸਭ ਤੋਂ ਵੱਡੀ ਕਾਰਵਾਈਆਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਇਸ ਵਿੱਚ 13.5 ਲੱਖ ਗੈਰ ਕਾਨੂੰਨੀ ਸਿਗਰਟ ਦੇ ਨਾਲ ਮੈਥ ਅਤੇ ਕੋਕੇਨ ਵਰਗੀਆਂ ਨਸ਼ੀਲੀਆਂ ਚੀਜ਼ਾਂ ਵੀ ਜ਼ਬਤ ਕੀਤੀਆਂ ਗਈਆਂ। ਇਹ ਕਾਰਵਾਈ ਵਿਨੀਪੈਗ ਪੁਲਿਸ, RCMP ਅਤੇ OPP ਸਮੇਤ ਕਈ ਪੁਲਿਸ ਏਜੰਸੀਆਂ ਨੇ ਮਿਲ ਕੇ ਕੀਤੀ। ਮਾਹਿਰ ਰਿਕ ਬਾਰਨਮ ਨੇ ਕਿਹਾ ਹੈ ਕਿ ਨਕਲੀ ਸਿਗਰਟਾਂ ਦਾ ਕਾਰੋਬਾਰ ਆਰਗੇਨਾਈਜ਼ਡ ਕ੍ਰਾਈਮ ਵੱਲੋਂ ਚਲਾਇਆ ਜਾਂਦਾ ਹੈ ਅਤੇ ਇਹ ਇੱਕ ਵੱਡਾ ਕਾਰੋਬਾਰ ਬਣ ਚੁੱਕਾ ਹੈ। ਉਹਨਾਂ ਨੇ ਸਮਝਾਇਆ ਕਿ ਨਕਲੀ ਸਿਗਰਟਾਂ ਸਸਤੀਆਂ ਹੁੰਦੀਆਂ ਹਨ ਅਤੇ ਇਸ ਲਈ ਲੋਕ ਉਹਨਾਂ ਵੱਲ ਆਕਰਸ਼ਿਤ ਹੁੰਦੇ ਹਨ। ਸਰਕਾਰ ਨੂੰ ਇਸ ਕਾਰਨ ਵੱਡਾ ਨੁਕਸਾਨ ਵੀ ਹੋ ਰਿਹਾ ਹੈ ਕਿਉਂਕਿ ਟੈਕਸ ਦੀ ਆਮਦਨ ਘਟ ਰਹਿ ਜਾਂਦੀ ਹੈ। ਸਿਰਫ ਹਾਲੀਆ ਜ਼ਬਤ ਕੀਤੇ ਗਏ ਮਾਲ ਤੋਂ ਹੀ ਲਗਭਗ $4 ਲੱਖ ਦੇ ਟੈਕਸ ਦਾ ਨੁਕਸਾਨ ਹੋਇਆ ਹੈ। ਇੱਕ ਰਿਪੋਰਟ ਮੁਤਾਬਿਕ ਕੈਨੇਡਾ ਵਿੱਚ ਹਰ ਸਾਲ ਲਗਭਗ $2.1 ਬਿਲੀਅਨ ਟੈਕਸ ਵਿੱਚ ਗੈਰ ਕਾਨੂੰਨੀ ਕਾਰੋਬਾਰ ਕਾਰਨ ਸਰਕਾਰ ਤੱਕ ਪਹੁੰਚਦਾ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਿਰਫ ਟੈਕਸ ਦਾ ਮਾਮਲਾ ਨਹੀਂ ਹੈ, ਸਗੋਂ ਇੱਕ ਆਰਗੇਨਾਈਜ਼ਡ ਕ੍ਰਾਈਮ ਨਾਲ ਵੀ ਜੁੜਿਆ ਹੈ। ਇਹ ਪੈਸਾ ਅਕਸਰ ਨਸ਼ਾ ਤਸਕਰੀ ਅਤੇ ਹੋਰ ਗੈਰ ਕਾਨੂੰਨੀ ਕੰਮਾਂ ਵਿੱਚ ਵਰਤਿਆ ਜਾਂਦਾ ਹੈ, ਇਸ ਲਈ ਇਸ ਦੇ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ। ਕੈਨੇਡਾ ਦੀ ਫੈਡਰਲ ਸਰਕਾਰ ਨੇ ਇੱਕ ਟੈਕਸ ਮਾਮਲੇ ਨੂੰ ਸੈਟਲ ਕਰਨ ਲਈ $1.1 ਮਿਲੀਅਨ ਦੇਣ ਦਾ ਫੈਸਲਾ ਕੀਤਾ ਹੈ। ਇਹ ਪੈਸਾ ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਵੱਲੋਂ ਮੌਂਟਰੀਅਲ ਨੇੜੇ ਲਵੈਲ ਸ਼ਹਿਰ ਤੇ ਲਗਾਏ ਗਏ ਟੈਕਸ ਬਿੱਲ ਨੂੰ ਕਵਰ ਕਰਨ ਲਈ ਦਿੱਤਾ ਜਾ ਰਿਹਾ ਹੈ। ਇਹ ਮਾਮਲਾ ਉਸ ਪੈਸੇ ਨਾਲ ਜੁੜਿਆ ਹੈ ਜੋ ਲਵੈਲ ਸ਼ਹਿਰ ਨੇ ਆਪਣੇ ਸਾਬਕਾ ਮੇਅਰ ਤੋਂ ਵਾਪਸ ਹਾਸਲ ਕੀਤਾ ਸੀ। ਬਾਅਦ ਵਿੱਚ CRA ਨੇ ਇਸ ਰਕਮ ਤੇ ਟੈਕਸ ਲਗਾ ਦਿੱਤਾ ਸੀ, ਜਿਸ ਨਾਲ ਵਿਵਾਦ ਖੜਾ ਹੋ ਗਿਆ। ਫੈਡਰਲ ਫਾਈਨੈਂਸ ਮਿਨਿਸਟਰ ਫ੍ਰਾਂਸਿਸ ਫਿਲਿਪ ਸ਼ੈਂਪੇਨ ਦੇ ਦਫ਼ਤਰ ਨੇ ਕਿਹਾ ਹੈ ਕਿ ਉਹ ਲਵੈਲ ਦੀ ਥਾਂ ਤੇ ਇਹ ਰਕਮ ਅਦਾ ਕਰਨਗੇ ਤਾਂ ਜੋ ਮਾਮਲਾ ਖਤਮ ਹੋ ਸਕੇ। ਇਹ ਮਾਮਲਾ ਲਵੈਲ ਦੇ ਸਾਬਕਾ ਮੇਅਰ ਗਿਲਿਸ ਵੈਲੀਅਨਕੋਟ ਨਾਲ ਜੁੜਿਆ ਹੈ, ਜਿਸ ਨੇ ਬਾਅਦ ਵਿੱਚ ਕਬੂਲ ਕੀਤਾ ਸੀ ਕਿ ਉਹ ਕਈ ਸਾਲਾਂ ਤੱਕ ਭ੍ਰਿਸ਼ਟਾਚਾਰ ਅਤੇ ਗਲਤ ਠੇਕਿਆਂ ਦੇ ਮਾਮਲਿਆਂ ਵਿੱਚ ਸ਼ਾਮਲ ਸੀ। ਉਸ ਨੂੰ ਕੈਦ ਦੀ ਸਜ਼ਾ ਵੀ ਹੋਈ ਸੀ ਅਤੇ ਉਸ ਨੂੰ $8 ਮਿਲੀਅਨ ਵਾਪਸ ਕਰਨ ਦਾ ਹੁਕਮ ਵੀ ਦਿੱਤਾ ਗਿਆ ਸੀ। ਇਸ ਮਾਮਲੇ ਤੇ ਲਵੈਲ ਸ਼ਹਿਰ ਨੇ ਕਿਹਾ ਸੀ ਕਿ ਜੋ ਪੈਸਾ ਉਹਨਾਂ ਨੇ ਭ੍ਰਿਸ਼ਟਾਚਾਰ ਤੋਂ ਹਾਸਲ ਕੀਤਾ ਹੈ ਉਸ ਤੇ ਵੀ ਟੈਕਸ ਲਗਾ ਦਿੱਤਾ ਗਿਆ। ਸ਼ਹਿਰ ਦੇ ਮੇਅਰ ਨੇ ਇਸ ਮਾਮਲੇ ਵਿੱਚ ਫੈਡਰਲ ਸਰਕਾਰ ਨੂੰ ਦਾਖਲਾ ਦੇਣ ਦੀ ਮੰਗ ਕੀਤੀ ਸੀ। ਹੁਣ ਸਰਕਾਰ ਨੇ ਕਿਹਾ ਹੈ ਕਿ ਇਹ ਸਥਿਤੀ ਠੀਕ ਕਰਨ ਲਈ ਇਹ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।